समय ਦੇ ਨਾਲ ਦੁਨੀਆ ਵੀ ਬਦਲੀ, ਦੁਨੀਆ ਦੇ ਨਾਲ ਡਾਈਟ ਦਾ ਤਰੀਕਾ ਬੀਤ ਗਿਆ। ਇੱਕ ਸਮੇਂ ਹੁੰਦਾ ਸੀ ਲੋਕੀ ਕਹਿੰਦੇ ਸੀ ਘੱਟ ਖਾ ਲਓ, ਉਹਨੂੰ ਡਾਈਟਿੰਗ ਕਹਿੰਦੇ ਸੀਗੇ, ਲੇਕਿਨ ਹੁਣ ਕੀਟੋ ਡਾਈਟ ਆ ਗਈ ਹੈ, ਲੋਕੀ ਲਿਕੁਇਡ ਡਾਈਟ ਲੈਣ ਲੱਗ ਗਏ ਨੇ। ਉਸ ਦੇ ਨਾਲ 60 ਆਵਰਸ ਫਾਸਟਿੰਗ ਡਾਈਟ ਸ਼ੁਰੂ ਹੋ ਗਈ ਹੈ। ਔਰ ਕੀ ਸਹੀ ਰਸਤਾ ਇਹਦੇ ਸਮੇਂ 'ਚ ਵੀ, ਕਿਉਂਕਿ ਅਸੀਂ ਹੁਣ ਐਂਟਰ ਕਰ ਚੁੱਕੇ ਹੈਗੇ ਹਾਂ ਇੱਕ ਤਾਂ ਸਮਰ ਵੈਦਰ ਦੇ ਵਿੱਚ, ਜੋ ਕਿ ਬਹੁਤ ਜਲਦੀ ਆਉਣ ਵਾਲਾ ਹੈ। ਕੀ ਕਹਿਣਾ ਚਾਹੋਗੇ, ਕੀ ਸਹੀ ਰਸਤਾ ਹੈ? तो साडा इक्को ही मोटिव हुंदा है कि वो काम करो जो सारी उम्र कर सकते हो। सारी उम्र अगर खाना नहीं छड़ सकते, लिक्विड डाइट ते आने की कोई ज़रूरत नहीं है। इसलिए बहुत बैलेंस तरीके नाल खाना चाहिए। अजकल की प्रॉब्लम है कि असी अपनी हैल्थ लई इन्ने ज़्यादा जागरूक नहीं आ। कोविड ने सानू बहुत धक्का दिता, बट आपां शायद 2 सालां च फिर सब कुछ भुल गए। अज असी अपनी हैल्थ ते पैसा लगाने की बजाय असी बीमारियां ते लगाना ज़्यादा बेहतर समझते हैं। ਅਸੀਂ ਕਿਤੇ ਪਾਰਟੀ ਤੇ ਜਾਂਦੇ ਹਾਂ, ਅਸੀਂ ਸ਼ਾਇਦ ਉੱਥੇ 5-10 ਹਜ਼ਾਰ ਰੁਪਏ ਖਰਚ ਦਾਂਗੇ ਹਫਤੇ ਦੇ ਵਿੱਚ, ਲੇਕਿਨ ਅਸੀਂ ਆਪਣੇ ਉਹੀ ਡਾਈਟ ਨੂੰ ਸਹੀ ਰੱਖਣ ਵਾਸਤੇ ਅਸੀਂ ਪੈਸੇ ਨਹੀਂ ਖਰਚਦੇ। ਅੱਜ ਕੱਲ੍ਹ ਕਲਾਇੰਟ ਖੁਦ ਹੀ ਚੂਜ਼ ਕਰਦਾ ਹੈਗਾ ਕਿ ਮੈਂ ਕਿਹੜੀ ਡਾਈਟ ਕਰ ਸਕਦਾ। ਕਈਆਂ ਨੂੰ ਕਹਿ ਲਓ ਕਿ ਖਾਣਾ ਪਸੰਦ ਨਹੀਂ ਹੈ, ਕਈ ਲਿਕੁਇਡ ਵੀ ਨਾ ਬਹੁਤ ਜ਼ਿਆਦਾ ਪਸੰਦ ਕਰਦੇ। ਖਾਸ ਕਰ ਕੁੜੀਆਂ ਦੇ ਵਿੱਚ ਇਹ ਪ੍ਰਚਲਨ ਬਹੁਤ ਹੈ ਕਿ ਉਹਨੂੰ ਲੱਗਦਾ ਕਿ ਅਸੀਂ ਲਿਕੁਇਡ ਡਾਈਟ ਸਾਡੇ ਤੋਂ ਬਹੁਤ ਜ਼ਿਆਦਾ ਕਰਾ ਲਓ, ਅਸੀਂ ਕਰ ਲਾਂਗੇ, ਲੇਕਿਨ ਖਾਣਾ ਪੀਣਾ ਸਾਨੂੰ ਬਹੁਤ ਔਖਾ ਲੱਗਦਾ ਹੈ। ਡਾਈਟ ਜਿਹੜੀ ਹੁੰਦੀ ਹੈ ਉਹ ਬਹੁਤ ਪਰਸਨਲਾਈਜ਼ਡ ਹੁੰਦੀ ਹੈ। ਹਰ ਬੋਡੀ ਅਲੱਗ ਤਰ੍ਹਾਂ ਰਿਐਕਟ ਕਰਦੀ ਹੈ। ਕਿਸੇ ਬੋਡੀ ਨੂੰ ਹੋ ਸਕਦਾ ਵੀਟ ਨਹੀਂ ਸੂਟ ਕਰਦੀ, ਅੱਜ ਕੱਲ੍ਹ ਬਹੁਤ ਜ਼ਿਆਦਾ ਬਲੋਟਿੰਗ ਹੋ ਜਾਂਦੀ ਹੈ ਜਾਂ ਐਸਿਡਿਟੀ ਹੋ ਜਾਂਦੀ ਹੈ, ਔਰ ਕਈ ਲੋਕਾਂ ਨੂੰ ਸ਼ਾਇਦ ਖਾਣੇ ਬਿਨਾਂ ਰਹਿ ਨਹੀਂ ਸਕਦੇ। ਹਰ ਬੰਦੇ ਦਾ ਲਾਈਫ ਸਟਾਈਲ ਅਲੱਗ ਹੈ, ਉਹਨਾਂ ਦੀ ਡਾਈਟ ਅਲੱਗ ਹੋਣੀ ਚਾਹੀਦੀ ਹੈ। ਉਹਨਾਂ ਦਾ ਜੋ ਵੀ ਖਾਣ ਪਾਣ ਦਾ ਸਿਸਟਮ ਹੈ ਸਾਨੂੰ ਉਹੀ ਬੈਲੈਂਸ ਕਰਨਾ ਚਾਹੀਦਾ। ਬਟ ਲਿਕੁਇਡ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਦੇ 'ਚ ਐਮਟੀ ਕੈਲਰੀਜ਼ ਲੈਂਦੇ ਰਹੀਏ, ਹੈ ਨਾ। ਆਪਾਂ ਕੋਕ ਲਈ ਜਾ ਰਹੇ ਹਾਂ, ਉਹਦੇ ਵਿੱਚ ਆਪਾਂ ਸਿਰਫ ਬਾਹਰ ਦੇ ਸਮੂਦੀਜ਼ ਪੀ ਰਹੇ ਹਾਂ, ਜਾਂ ਆਪਾਂ ਸਿੰਪਲ ਜੂਸਿਸ, ਕੈਨਡ ਜੂਸਿਸ ਲੈ ਰਹੇ ਹਾਂ, ਉਹਦਾ ਕੋਈ ਫਾਇਦਾ ਨਹੀਂ ਹੈ। ਬਿਕੋਜ਼ ਸਾਡੀ ਬੋਡੀ ਨੂੰ ਨਿਊਟ੍ਰੀਸ਼ਨ ਤਾਂ ਨਹੀਂ ਮਿਲ ਰਿਹਾ ਨਾ ਉਸ ਚੀਜ਼ ਦੇ ਵਿੱਚ। ਨਿਊਟ੍ਰੀਸ਼ਨ ਤਾਂ ਹੀ ਮਿਲੇਗਾ ਜਦੋਂ ਅਸੀਂ ਸਾਰੇ ਫੂਡ ਗਰੁੱਪਸ ਲਵਾਂਗੇ। ਗੱਲ ਕਰੀਏ ਲਿਕੁਇਡ ਦੇ ਵਿੱਚ ਕਿਹੜੀਆਂ ਬੈਸਟ ਚੀਜ਼ਾਂ ਇੱਦਾਂ ਨਹੀਂ ਜੋ ਕਿ ਇੱਕ ਪਤਲੇ ਇਨਸਾਨ ਔਰ ਮੋਟੇ ਇਨਸਾਨ ਨੂੰ ਫਿਟ ਰਹਿਣ ਵਾਸਤੇ ਲੈਣੀ ਚਾਹੀਦੀ? ਅਗਰ ਅਸੀਂ ਲਿਕੁਇਡਸ ਦੀ ਗੱਲ ਕਰੀਏ, ਕਿਉਂਕਿ ਸਮਰਸ ਆ ਰਹੀਆਂ ਨੇ ਅਤੇ ਸਾਨੂੰ ਬਹੁਤ ਜ਼ਿਆਦਾ ਹੁੰਦਾ ਹੈ ਕਿ ਅਸੀਂ ਪਾਣੀ ਪੀਵੀਏ, ਔਰ ਬਹੁਤ ਵਾਰੀ ਹੁੰਦਾ ਹੈ ਕਿ ਕਈ ਵਾਰੀ ਪਲੇਨ ਵਾਟਰ ਨਹੀਂ ਪੀਤਾ ਜਾਂਦਾ, ਅਤੇ ਉਹਦੇ ਲਈ ਅਸੀਂ ਲੱਸੀ ਹੈ, ਕੋਕੋਨਟ ਵਾਟਰ ਹੈ, ਘਰ ਦੇ ਫਰੈਸ਼ ਜੂਸਿਸ ਨੇ। ਅਗਰ ਅਸੀਂ ਕੈਲਰੀਜ਼ 'ਤੇ ਧਿਆਨ ਨਹੀਂ ਦੇ ਰਹੇ ਤਾਂ, ਨਹੀਂ ਤਾਂ ਲੈਮਨ ਵਾਟਰ ਹੈ, ਕਾਂਜੀ ਹੈ। ਅੱਜ ਕੱਲ੍ਹ ਅਸੀਂ ਬੀਟਰੂਟ ਦੀ ਜਾਂ ਗਾਜਰਾਂ ਦੀ ਕਾਂਜੀ ਬਣਾ ਸਕਦੇ ਹਾਂ। ਐਵੇਂ ਹੀ ਬਹੁਤ ਸਾਰੇ ਲਿਕੁਇਡਸ ਹੈ ਜਿਨ੍ਹਾਂ ਵਿੱਚ ਕੈਲਰੀਜ਼ ਘੱਟ ਹੁੰਦੀਆਂ ਔਰ ਸਾਡੀ ਬੋਡੀ ਨੂੰ ਉਹ ਨਿਊਟ੍ਰੀਸ਼ਨ ਦਿੰਦੇ ਆ। ਅੱਜਕੱਲ ਯੂਥ ਜਿਹੜਾ ਵਾ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ, ਉਸ ਨੂੰ ਲੈ ਕੇ ਉਹ ਜ਼ਿਆਦਾਤਰ ਹਰ ਕੋਈ ਮਾਡਲਸ, ਭਾਵੇਂ ਮੇਲ ਮਾਡਲਸ ਨੇ ਭਾਵੇਂ ਫੀਮੇਲ ਮਾਡਲਸ, ਇੱਥੇ ਚਾਰੋਂ ਤਰਫ ਇੱਕ ਹੀ ਆਵਾਜ਼ ਆਉਂਦੀ ਹੈ, ਪ੍ਰੋਟੀਨ 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 ਐਂਡ ਪ੍ਰੋਟੀਨ। ਸੋ ਪ੍ਰੋਟੀਨ ਇੰਨਾ ਬਲਾਈਂਡ ਕਰਤਾ ਵੀ ਕਿ ਹਰ ਪਰਸਨ ਪ੍ਰੋਟੀਨ ਇੰਨਾ ਅਸੈਸ 'ਚ ਲੈ ਰਿਹਾ ਵਾ ਕਿ ਕਿੱਥੇ ਨਾ ਕਿੱਥੇ ਉਹ ਕਹਿੰਦੇ ਨਾ ਕੋਈ ਜ਼ਿਆਦਾ ਚੀਜ਼, ਅੱਛੀ ਚੀਜ਼ ਜ਼ਿਆਦਾ ਵੀ ਖਾਓ ਤਾਂ ਉਹ ਵੀ ਤੁਹਾਨੂੰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀ ਹੈ, ਅਤੇ ਉਹ ਪ੍ਰੋਟੀਨ ਕਿੱਥੇ ਨਾ ਕਿੱਥੇ ਯੂਰਿਕ ਐਸਿਡ ਵਿੱਚ ਕਨਵਰਟ ਹੋ ਚੁੱਕਿਆ ਹੁਣ ਤੱਕ। ਪ੍ਰੋਟੀਨ ਦੇਖੋ ਬਹੁਤ ਅਬਿਊਜ਼ ਹੋ ਰਿਹਾ ਅੱਜ ਕੱਲ੍ਹ, ਮੈਂ ਕਹਾਂਗੀ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਘੱਟ ਪ੍ਰੋਟੀਨ ਲੈਣਾ ਹੈ ਜਾਂ ਜ਼ਰੂਰਤ ਤੋਂ ਵੱਧ ਪ੍ਰੋਟੀਨ ਲੈਣਾ ਹੈ। ਸਾਡੀ ਨੋਰਮਲ ਜਿਹੜੀ ਬੋਡੀ ਹੈ, ਅਗਰ ਮੈਂ 60 kgs ਜਾਂ 50 kgs ਜਾਂ ਸਾਨੂੰ ਪਰ 1 ਗ੍ਰਾਮ ਪਰ ਬੋਡੀ ਵੇਟ ਸਾਨੂੰ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਅਗਰ ਕੋਈ ਬੋਡੀ ਬਿਲਡਿੰਗ ਕਰ ਰਿਹਾ ਹੈ, ਅਸੀਂ ਉਹਦਾ ਪ੍ਰੋਟੀਨ ਵਧਾ ਕੇ 1.2 ਗ੍ਰਾਮਸ ਕਰ ਸਕਦੇ ਹਾਂ, ਲੇਕਿਨ ਜਾਂ 1.5, ਨਾਟ ਮੋਰ ਦੈਨ ਦੈਟ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਅਸੀਂ ਪ੍ਰੋਟੀਨ ਜ਼ਿਆਦਾ ਲੈ ਰਹੇ ਹਾਂ ਅਤੇ ਅਸੀਂ ਬਾਕੀ ਦੇ ਫੂਡ ਗਰੁੱਪਸ ਛੱਡ ਰਹੇ ਹਾਂ। ਅਸੀਂ ਜਿਹੜਾ ਸਾਡਾ ਅਗਰ ਤੁਸੀਂ ਬੋਡੀ ਵੀ ਬਿਲਡ ਕਰ ਰਹੇ ਹੋ ਤਾਂ ਵੀ ਉਹਦੇ ਲਈ ਕਾਰਬਸ ਔਰ ਫੈਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਐਂਡ ਸੈਕਿੰਡਲੀ ਉਹਦੇ ਨਾਲ ਹੀ ਫਾਈਬਰ ਦੀ, ਜੋ ਸਿੰਪਲ ਸਾਨੂੰ ਵੈਜੀਟੇਬਲਸ ਔਰ ਫਰੂਟਸ ਦੇ ਵਿੱਚ ਮਿਲਦਾ ਹੈ। ਹਰ ਖਾਣੇ ਦੀ ਪ੍ਰੋਟੀਨ ਦਾ ਅਲੱਗ ਕੁਆਲਿਟੀ ਹੁੰਦੀ ਹੈ। ਅਗਰ ਅਸੀਂ ਸੋਇਆ ਖਾ ਰਹੇ ਹਾਂ ਉਹਦਾ ਪ੍ਰੋਟੀਨ ਅਲੱਗ ਹੈ, ਚਿਕਨ ਖਾ ਰਹੇ ਹਾਂ ਉਹਦਾ ਪ੍ਰੋਟੀਨ ਅਲੱਗ ਹੈ, ਮਟਨ ਦਾ ਪ੍ਰੋਟੀਨ ਅਲੱਗ ਹੈ, ਫਿਸ਼ ਦਾ ਪ੍ਰੋਟੀਨ ਅਲੱਗ ਹੈ। ਲੇਕਿਨ ਅਸੀਂ ਅਗਰ ਗ੍ਰੇਵੀ ਵਾਲਾ ਚਿਕਨ ਜਾਂ ਮਟਨ ਖਾ ਰਹੇ ਹਾਂ ਪ੍ਰੋਟੀਨ ਸਮਝ ਕੇ, ਉਹ ਪ੍ਰੋਟੀਨ ਘੱਟ ਸਾਨੂੰ ਮਿਲ ਰਿਹਾ ਹੈ, ਫੈਟ ਜ਼ਿਆਦਾ ਮਿਲ ਰਿਹਾ ਹੈ, ਔਰ ਉਹਦੇ ਕਾਰਨ ਸਾਡੀ ਪ੍ਰੋਟੀਨ ਦੀ ਐਬਜ਼ੌਰਪਸ਼ਨ ਵੀ ਨਹੀਂ ਹੋ ਪਾਉਂਦੀ। ਔਰ ਅਗਰ ਤੁਸੀਂ ਪ੍ਰੋਟੀਨ ਨਾਨ ਵੈਜ ਤੋਂ ਲੈਣਾ ਚਾਹੁੰਦੇ ਹੋ ਤਾਂ ਨੋਰਮਲ ਚਿਕਨ ਬ੍ਰੈਸਟ ਖਾ ਰਹੇ ਹੋ ਜਾਂ ਫਿਸ਼ ਲੈ ਰਹੇ ਹੋ, ਐਂਡ ਉਹ ਵੀ ਤੰਦੂਰੀ ਔਰ ਸਟੀਮਡ, ਨਾਟ ਫਰਾਈਡ, ਫਿਰ ਤੁਹਾਨੂੰ ਬੈਟਰ ਪ੍ਰੋਟੀਨ ਦੀ ਐਬਜ਼ੌਰਪਸ਼ਨ ਹੋਏਗੀ। ਜਦੋਂ ਅਸੀਂ ਪਤਲਾ ਹੋਣਾ ਚਾਹੁੰਦੇ ਹਾਂ ਜਾਂ ਆਪਣੀ ਡਾਈਟ ਔਰ ਆਪਣੀ ਹੈਲਥ ਨੂੰ ਠੀਕ ਰੱਖਣਾ ਚਾਹੁੰਦੇ ਹਾਂ, ਸਭ ਤੋਂ ਪਹਿਲਾ ਜ਼ਰੂਰੀ ਕੰਮ ਹੈ ਉਹ ਹੈ ਆਪਣੀਆਂ ਹੈਬਿਟਸ, ਆਪਣੀਆਂ ਆਦਤਾਂ ਨੂੰ ਬਦਲਣਾ। ਅਸੀਂ ਸਿੰਪਲ, ਅਗਰ ਮੈਂ ਆਪਣੀ ਡਾਈਟ ਤੁਹਾਨੂੰ ਦੱਸਾਂਗੀ, ਤੁਸੀਂ ਅਗਰ 3 ਟਾਈਮ ਉਹ ਖਾ ਲੋਗੇ ਤਾਂ ਵੀ ਤੁਸੀਂ ਪਤਲੇ ਨਹੀਂ ਹੋ ਪਾਓਗੇ, ਕਿਉਂਕਿ ਚੌਥੇ ਦਿਨ ਤੁਸੀਂ ਫਿਰ ਆਪਣੀ ਹੀ ਡਾਈਟ ਖਾਓਗੇ। तो जब तक तुसी आदत नहीं बदलोगे उनका कोई फ़ायदा नहीं। अगर तुसी सवेरे उठते हो
ਔਰ ਅੰਡਰ ਅਨਲੈਸ ਤੁਸੀਂ ਇੰਟਰਮਿਟੈਂਟ ਫਾਸਟਿੰਗ ਤੇ ਨਹੀਂ ਹੋ, ਦੈਨ ਵੀ ਪ੍ਰੈਫਰ ਕਿ ਸਵੇਰੇ ਉੱਠਦੇ ਸਾਰ ਹੀ ਐਟਲੀਸਟ ਅੱਧੇ ਘੰਟੇ ਦੇ ਵਿੱਚ ਤੁਸੀਂ ਜ਼ਰੂਰ ਕੁਝ ਖਾਓ। ਔਰ ਉਹਦਾ ਖਾਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਚਾਹ ਜਾਂ ਕੌਫੀ ਲੈ ਰਹੇ ਹੋ। ਕੈਫੀਨ ਸਵੇਰੇ ਉੱਠਦੇ ਖਾਲੀ ਪੇਟ ਨਹੀਂ ਲਓਗੇ ਤੇ ਤੁਹਾਨੂੰ ਐਸਿਡਿਟੀ ਨਹੀਂ ਹੋਏਗੀ। ਇਸ ਲਈ ਖਾਲੀ ਪੇਟ ਉੱਠਦੇ ਹੀ ਆਪ ਤੁਸੀਂ ਨਟਸ ਖਾ ਸਕਦੇ ਹੋ ਜਾਂ ਕੋਈ ਫਰੂਟ ਲੈ ਸਕਦੇ ਹੋ, ਪਾਣੀ ਪੀ ਸਕਦੇ ਹੋ। ਉਸ ਤੋਂ ਉੱਠ ਕੇ 2 ਘੰਟੇ ਦੇ ਅੰਦਰ ਅੰਦਰ ਤੁਸੀਂ ਨਾਸ਼ਤਾ ਕਰੋ। ਨਾਸ਼ਤੇ ਵਿੱਚ ਤੁਸੀਂ ਭਾਵੇਂ ਦਲੀਆ ਖਾਓ, ਓਟਸ ਖਾਓ, ਸਬਜ਼ੀਆਂ ਖਾਓ, ਇੱਕ ਪਰੌਂਠੀ ਦੇ ਨਾਲ ਦਹੀਂ ਲੈ ਲਓ, ਪੋਹਾ ਖਾ ਲਓ, ਜੋ ਵੀ ਤੁਹਾਨੂੰ ਅੱਛਾ ਲੱਗਦਾ ਹੈ, ਪਰ ਇੱਕ ਕੁਆਂਟਿਟੀ ਕੰਟਰੋਲ ਕਰਕੇ। ਇਹ ਨਹੀਂ ਕਿ ਅੱਗੇ ਅਸੀਂ ਕਹਿੰਦੇ ਸੀ ਸ਼ਾਇਦ ਬ੍ਰੇਕਫਾਸਟ ਅਸੀਂ ਹੈਵੀ ਕਰ ਲਈਏ। ਅਗਰ ਹੈਵੀ ਬ੍ਰੇਕਫਾਸਟ ਕਰੋਗੇ ਤਾਂ ਸਾਰਾ ਦਿਨ ਤੁਹਾਨੂੰ ਸੁਸਤੀ ਆਉਂਦੀ ਰਹੇਗੀ। ਬੀਪੀ ਜਿਹੜਾ ਹੈ ਇੱਕ ਆਮ ਪ੍ਰੋਬਲਮ ਹੋ ਗਈ ਹੈ। ਕੁੜੀਆਂ ਦਾ ਬੀਪੀ ਬਹੁਤ ਜ਼ਿਆਦਾ ਘਟਦਾ ਨਜ਼ਰ ਆ ਰਿਹਾ ਬਹੁਤ ਹੀ ਛੋਟੀ ਉਮਰ ਦੇ ਵਿੱਚ, ਔਰ ਮੁੰਡਿਆਂ ਦਾ ਬੀਪੀ ਬਹੁਤ ਜ਼ਿਆਦਾ ਵੱਧਦਾ ਨਜ਼ਰ ਆ ਰਿਹਾ ਬਹੁਤ ਹੀ ਛੋਟੀ ਉਮਰ ਦੇ ਵਿੱਚ। ਇਸ ਨਾਲ ਜਿਹੜੇ ਲੋਕ ਨੇ ਇਹਨਾਂ ਨੂੰ ਕੀ ਚੀਜ਼ਾਂ ਖਾਣੀਆਂ ਚਾਹੀਦੀਆਂ ਔਰ ਕੀ ਨਹੀਂ ਖਾਣੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਟੋਟਲੀ ਪਰਹੇਜ਼ ਹੀ ਕਰ ਦੇਣਾ ਚਾਹੀਦਾ ਆਪਣੀ ਲਾਈਫ। ਬੋਡੀ ਲਈ ਬਹੁਤ ਜ਼ਿਆਦਾ ਸ਼ੇਮ ਕੀਤਾ ਜਾਂਦਾ ਹੈ ਕਿ ਜ਼ਿਆਦਾ ਪਤਲੀ ਹੈ ਤਾਂ ਵੀ ਇਸ਼ੂ ਹੈ, ਜ਼ਿਆਦਾ ਮੋਟੀ ਹੈ ਤਾਂ ਵੀ ਇਸ਼ੂ ਹੈ। ਉਹਦੇ ਚੱਕਰ ਦੇ ਵਿੱਚ ਅੱਜ ਕੱਲ੍ਹ ਗਰਲਸ ਖਾਣਾ ਬਹੁਤ ਘਟਾ ਦਿੰਦੀਆਂ ਹੈ ਜਾਂ ਬਹੁਤ ਜ਼ਿਆਦਾ ਗੈਪ ਲੈ ਆਉਂਦੀਆਂ ਹੈ, ਜਿੰਦੇ ਕਾਰਨ ਉਹਨਾਂ ਦਾ ਬੀਪੀ ਲੋ ਹੋ ਜਾਂਦਾ ਹੈ। ਸੈਕੰਡਲੀ, ਅਗਰ ਅਸੀਂ ਆਪਣੀ ਵਾਟਰ ਇਨਟੇਕ ਨਹੀਂ ਠੀਕ ਰੱਖਦੇ ਹਾਂ ਤਾਂ ਵੀ ਇਸ਼ੂ ਆਉਂਦਾ ਹੈ। ਐਂਡ ਅਗਰ ਕਰੀਏ ਬॉयज़ ਦੀ ਗੱਲ, ਬਿਕੋਜ਼ ਦੇ ਓਵਰ ਈਟ, ਉਹ ਜ਼ਿਆਦਾ ਖਾ ਲੈਂਦੇ ਨੇ ਔਰ ਬਾਹਰ ਦਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿੰਦੇ ਕਾਰਨ ਬੀਪੀ ਸ਼ੂਟ ਕਰ ਜਾਂਦਾ ਹੈ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਹੀ ਸਾਨੂੰ ਬੈਲੈਂਸ ਕਰਕੇ ਚੱਲਣਾ ਪਏਗਾ, ਕਿਉਂਕਿ ਅੱਜ ਕੱਲ੍ਹ ਬਹੁਤ ਘੱਟ ਉਮਰ ਦੇ ਵਿੱਚ ਬੀਪੀ ਦਾ ਇਸ਼ੂ ਆਉਣਾ ਸ਼ੁਰੂ ਹੋ ਗਿਆ ਹੈ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਵਰਲਡ ਹੈਲਥ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ, ਕਿਉਂਕਿ ਅਸੀਂ ਵਰਲਡ ਹੈਲਥ ਡੇ ਵੀਕ ਤੇ ਐਂਟਰ ਕਰ ਚੁੱਕੇ ਹੈਗੇ ਆ। ਲੇਕਿਨ ਕੀ ਅਸੀਂ ਆਪਣੇ ਸਵਸਥ ਨੂੰ ਲੈ ਕੇ ਜਾਗਰੂਕ ਹੈਗੇ ਆ? ਬਹੁਤ ਸਾਰੀਆਂ ਚੀਜ਼ਾਂ ਅਸੀਂ ਹੁਣ ਤੱਕ ਫੇਸ ਕਰਦੇ ਆ ਰਹੇ ਹਾਂ। ਅਗਰ ਪਿਛਲੇ 2 ਸਾਲ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਕੋਵਿਡ ਮਹਾਮਾਰੀ ਹਾਲੇ ਕੋਈ ਵੀ ਨਹੀਂ ਭੁੱਲਿਆ ਹੋਣਾ, ਔਰ ਇੱਥੇ ਤੱਕ ਕਿ ਕਿਤੇ ਨਾ ਕਿਤੇ ਉਸ ਦੀ ਜਿਹੜੀ ਤਾਰਾਂ ਨੇ ਫਿਰ ਐਕਟਿਵ ਹੋ ਰਹੀਆਂ ਨੇ। ਲੇਕਿਨ ਅਸੀਂ ਆਪਣੀ ਸਿਹਤ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਯੂਥ ਹੈ ਉਹ ਤਾਂ ਐਕਟਿਵ ਹੋ ਚੁੱਕਿਆ, ਲੇਕਿਨ ਕੁਝ ਪਰਸਨ ਹੱਲੇ ਵੀ ਨੇ ਜਿਨ੍ਹਾਂ ਨੇ ਆਪਣਾ ਡੇਲੀ ਰੂਟੀਨ ਬਿਲਕੁਲ ਵੀ ਚੇਂਜ ਨਹੀਂ ਕੀਤਾ ਹੈਗਾ। ਲੇਕਿਨ ਸਮੇਂ-ਸਮੇਂ 'ਤੇ ਜਿਸ ਤਰ੍ਹਾਂ ਵਕਤ ਬੀਤਦਾ ਜਾ ਰਿਹਾ, ਉਸ ਨੂੰ ਲੈ ਕੇ ਡਾਈਟ ਦਾ ਤਰੀਕਾ ਵੀ ਬੀਤਦਾ ਜਾ ਰਿਹਾ ਹੈ। ਹਰ ਕੋਈ ਪਤਲਾ ਹੋਣਾ ਚਾਹੁੰਦਾ ਵਾ, ਪਤਲੇ ਲੋਕ ਮੋਟਾ ਹੋਣਾ ਚਾਹੁੰਦੇ ਨੇ, ਲੇਕਿਨ ਜਿਸ ਨੂੰ ਲੈ ਕੇ ਸਹੀ ਰਸਤਾ ਕੀ ਹੈ ਉਹ ਹਲੇ ਕੋਈ ਵੀ ਜਾਣ ਨਹੀਂ ਸਕਦਾ। ਅਗਰ ਕਿਸੇ ਦੀ ਬੋਡੀ ਟਰਾਂਸਫੋਰਮੇਸ਼ਨ ਤੇ ਜਾਂਦੀ ਹੈ ਤਾਂ ਅਸੀਂ ਉਹਨੂੰ ਪੁੱਛ ਲੈਂਦੇ ਹਾਂ, ਬਾਈ ਆਪਣਾ ਵੇਟ ਕਿੱਦਾਂ ਘੱਟ ਕੀਤਾ, ਮੈਨੂੰ ਵੀ ਦੱਸ, ਮੈਂ ਵੀ ਕਰ ਲਾਂ। ਕੋਈ ਕੀਟੋ ਡਾਈਟ ਦੇ ਉੱਪਰ ਡਿਪੈਂਡ ਕਰ ਰਿਹਾ, ਕੋਈ ਲਿਕੁਇਡ ਡਾਈਟ ਲੈ ਰਿਹਾ, ਲੇਕਿਨ ਸਹੀ ਰਸਤਾ ਕੀ ਹੈ ਉਸ ਨੂੰ ਦੱਸਣ ਲਈ ਅਸੀਂ ਅੱਜ ਦਾ ਸਪੈਸ਼ਲ ਪ੍ਰੋਗਰਾਮ ਸ਼ੁਰੂਆਤ ਕੀਤੀ ਹੈ। ਸਾਡੇ ਨਾਲ ਗੱਲ ਕਰਨ ਮੌਜੂਦ ਨੇ ਸਾਡੇ ਗੈਸਟ ਯਾਨੀ ਕਿ ਡਾਈਟੀਸ਼ੀਅਨ ਸਿਮਰਤ ਕਤੂਰੀਆ ਮੈਮ। ਸਤਿ ਸ਼੍ਰੀ ਅਕਾਲ ਮੈਮ, ਵੈਲਕਮ ਟੂ ਲੁਧਿਆਣਾ ਲਾਈਵ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਫॉर ਇਨਵਾਈਟਿੰਗ। ਕੀ ਕਹਿਣਾ ਚਾਹੋਗੇ, ਸਮਾਂ ਬੀਤਿਆ, ਸਮੇਂ ਦੇ ਨਾਲ ਨਾਲ ਦੁਨੀਆ ਵੀ ਬਦਲੀ, ਦੁਨੀਆ ਦੇ ਨਾਲ ਨਾਲ ਡਾਈਟ ਦਾ ਤਰੀਕਾ ਬੀਤ ਗਿਆ। ਇੱਕ ਸਮੇਂ ਹੁੰਦਾ ਸੀ ਲੋਕੀ ਕਹਿੰਦੇ ਸੀ ਘੱਟ ਖਾ ਲਓ, ਉਹਨੂੰ ਡਾਈਟਿੰਗ ਕਹਿੰਦੇ ਸੀਗੇ, ਲੇਕਿਨ ਹੁਣ ਕੀਟੋ ਡਾਈਟ ਆ ਗਈ ਹੈ, ਲੋਕੀ ਲਿਕੁਇਡ ਡਾਈਟ ਲੈਣ ਲੱਗ ਗਏ ਨੇ। ਉਸ ਦੇ ਨਾਲ 60 ਆਵਰਸ ਫਾਸਟਿੰਗ ਡਾਈਟ ਸ਼ੁਰੂ ਹੋ ਗਈ ਹੈ। ਔਰ ਕੀ ਸਹੀ ਰਸਤਾ ਅੱਜ ਦੇ ਸਮੇਂ 'ਚ ਵੀ, ਕਿਉਂਕਿ ਅਸੀਂ ਹੁਣ ਐਂਟਰ ਕਰ ਚੁੱਕੇ ਹੈਗੇ ਹਾਂ ਇੱਕ ਤਾਂ ਸਮਰ ਵੈਦਰ ਦੇ ਵਿੱਚ, ਜੋ ਕਿ ਬਹੁਤ ਜਲਦੀ ਆਉਣ ਵਾਲਾ ਹੈ। ਕੀ ਕਹਿਣਾ ਚਾਹੋਗੇ, ਕੀ ਸਹੀ ਰਸਤਾ ਹੈ? ਦੇਖੋ, ਅਸੀਂ ਜਦੋਂ ਡਾਈਟ ਦੀ ਗੱਲ ਕਰਦੇ ਹਾਂ ਤਾਂ ਡਾਈਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਭੁੱਖੇ ਰਹਿਣਾ ਹੈ ਜਾਂ ਅਸੀਂ ਕੋਈ ਫੂਡ ਗਰੁੱਪ ਛੱਡ ਦੇਣੇ ਹੈ। ਜਿਵੇਂ ਤੁਸੀਂ ਕੀਟੋ ਡਾਈਟ ਦੀ ਗੱਲ ਕੀਤੀ, ਅਗਰ ਆਪਾਂ ਕਾਰਬਸ ਛੱਡ ਕੇ ਡਾਈਟ ਕਰ ਸਕਦੇ ਹਾਂ, ਪਰ ਕਿੰਨੀ ਦੇਰ ਤੱਕ ਛੱਡ ਦਾਂਗੇ? ਕਿ ਤੁਸੀਂ ਸਾਰੀ ਉਮਰ ਰੋਟੀ ਜਾਂ ਰਾਈਸ ਛੱਡ ਸਕਦੇ ਹੋ? ਨਹੀਂ ਛੱਡ ਸਕਦੇ। ਅਗਰ ਉਹ ਕੰਮ ਕਰਨਾ ਹੀ ਨਹੀਂ ਜੋ ਅੱਗੇ ਜਾ ਕੇ ਫਿਰ ਦੁਬਾਰਾ ਉਹੀ ਕੰਮ ਸ਼ੁਰੂ ਕਰਨਾ ਹੈ, ਫਿਰ ਅਸੀਂ ਉਹ ਸ਼ੁਰੂ ਹੀ ਕਿਉਂ ਕਰਨਾ? ਤੋ ਸਾਡਾ ਇੱਕੋ ਹੀ ਮੋਟਿਵ ਹੁੰਦਾ ਹੈ ਕਿ ਉਹ ਕੰਮ ਕਰੋ ਜੋ ਸਾਰੀ ਉਮਰ ਕਰ ਸਕਦੇ ਹੋ। ਸਾਰੀ ਉਮਰ ਅਗਰ ਖਾਣਾ ਨਹੀਂ ਛੱਡ ਸਕਦੇ, ਲਿਕੁਇਡ ਡਾਈਟ 'ਤੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਲਈ ਬਹੁਤ ਬੈਲੈਂਸ ਤਰੀਕੇ ਨਾਲ ਖਾਣਾ ਚਾਹੀਦਾ ਹੈ। ਅੱਜ ਕੱਲ੍ਹ ਕੀ ਪ੍ਰੋਬਲਮ ਹੈ ਕਿ ਅਸੀਂ ਆਪਣੀ ਹੈਲਥ ਲਈ ਇੰਨੇ ਜ਼ਿਆਦਾ ਜਾਗਰੂਕ ਨਹੀਂ ਆ। ਕੋਵਿਡ ਨੇ ਸਾਨੂੰ ਬਹੁਤ ਧੱਕਾ ਦਿੱਤਾ, ਬਟ ਆਪਾਂ ਸ਼ਾਇਦ 2 ਸਾਲਾਂ 'ਚ ਫਿਰ ਸਭ ਕੁਝ ਭੁੱਲ ਗਏ ਹਾਂ। ਅੱਜ ਅਸੀਂ ਆਪਣੀ ਹੈਲਥ 'ਤੇ ਪੈਸਾ ਲਗਾਉਣ ਦੀ ਬਜਾਏ ਅਸੀਂ ਬਿਮਾਰੀਆਂ 'ਤੇ ਲਗਾਉਣਾ ਜ਼ਿਆਦਾ ਬਿਹਤਰ ਸਮਝਦੇ ਹਾਂ। ਅਸੀਂ ਕਿਤੇ ਪਾਰਟੀ 'ਤੇ ਜਾਂਦੇ ਹਾਂ, ਅਸੀਂ ਸ਼ਾਇਦ ਉੱਥੇ 5-10 ਹਜ਼ਾਰ ਰੁਪਏ ਖਰਚ ਦਾਂਗੇ ਹਫਤੇ ਦੇ ਵਿੱਚ, ਲੇਕਿਨ ਅਸੀਂ ਆਪਣੇ ਉਹੀ ਡਾਈਟ ਨੂੰ ਸਹੀ ਰੱਖਣ ਵਾਸਤੇ ਅਸੀਂ ਪੈਸੇ ਨਹੀਂ ਖਰਚਦੇ। ਅਸੀਂ ਆਪਣੇ ਬਲੱਡ ਟੈਸਟ ਨਹੀਂ ਕਰਾਉਂਦੇ, ਅਸੀਂ ਡਾਕਟਰਸ ਕੋਲ ਨਹੀਂ ਜਾਂਦੇ, ਅਸੀਂ ਆਪਣੀ ਡਾਈਟ ਦਾ ਧਿਆਨ ਨਹੀਂ ਰੱਖਦੇ। ਅਗਰ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਲੱਗ ਪਈਏ ਤਾਂ ਆਈ ਥਿੰਕ ਵਰਲਡ ਹੈਲਥ ਡੇ ਦਾ ਮਤਲਬ ਤਾਂ ਹੀ ਪੂਰਾ ਹੁੰਦਾ ਹੈ ਕਿ ਅਸੀਂ ਐਟਲੀਸਟ ਆਪਣੀ ਬੋਡੀ ਦਾ ਧਿਆਨ ਰੱਖ ਰਹੇ ਹਾਂ। ਔਰ ਅਗਰ ਜਦ ਤੱਕ ਅਸੀਂ ਆਪਣੀ ਬੋਡੀ ਦਾ ਧਿਆਨ ਨਹੀਂ ਰੱਖਾਂਗੇ, ਮੈਨੂੰ ਨਹੀਂ ਲੱਗਦਾ ਅਸੀਂ ਪੂਰੀ ਫੈਮਿਲੀ ਦਾ ਕੁਝ ਧਿਆਨ ਰੱਖ ਸਕਦੇ ਹਾਂ।
ਮੈਮ ਕੀ ਫ਼ਰਕ ਹੈ ਕਿਉਂਕਿ ਅੱਜ ਕੱਲ ਕਲਾਇੰਟ ਖੁਦ ਹੀ ਚੂਜ਼ ਕਰਦਾ ਹੈਗਾ ਕਿ ਮੈਂ ਕਿਹੜੀ ਡਾਈਟ ਕਰ ਸਕਦਾ। ਕਈਆਂ ਨੂੰ ਕਹਿ ਲਓ ਕਿ ਖਾਣਾ ਪਸੰਦ ਨਹੀਂ ਹੈ, ਕਈ ਲਿਕੁਇਡ ਵੀ ਨਾ ਬਹੁਤ ਜ਼ਿਆਦਾ ਪਸੰਦ ਕਰਦੇ, ਖਾਸ ਕਰ ਕੁੜੀਆਂ ਦੇ ਵਿੱਚ ਇਹ ਪ੍ਰਚਲਨ ਬਹੁਤ ਹੈ ਕਿ ਉਹਨੂੰ ਲੱਗਦਾ ਕਿ ਅਸੀਂ ਲਿਕੁਇਡ ਡਾਈਟ ਸਾਡੇ ਤੋਂ ਬਹੁਤ ਜ਼ਿਆਦਾ ਕਰਾ ਲਓ ਅਸੀਂ ਕਰ ਲਾਂਗੇ, ਲੇਕਿਨ ਖਾਣਾ ਪੀਣਾ ਸਾਨੂੰ ਬਹੁਤ ਔਖਾ ਲੱਗਦਾ ਹੈਗਾ ਵਾ। ਇਹੀ ਚੀਜ਼ ਹੈ, ਡਾਈਟ ਜਿਹੜੀ ਹੁੰਦੀ ਹੈ ਉਹ ਬਹੁਤ ਪਰਸਨਲਾਈਜ਼ਡ ਹੁੰਦੀ ਹੈ। ਹਰ ਬੋਡੀ ਅਲੱਗ ਤਰ੍ਹਾਂ ਰਿਐਕਟ ਕਰਦੀ ਹੈ। ਕਿਸੇ ਬੋਡੀ ਨੂੰ ਹੋ ਸਕਦਾ ਵੀਟ ਨਹੀਂ ਸੂਟ ਕਰਦੀ, ਅੱਜ ਕੱਲ੍ਹ ਬਹੁਤ ਜ਼ਿਆਦਾ ਬਲੋਟਿੰਗ ਹੋ ਜਾਂਦੀ ਹੈ ਜਾਂ ਐਸਿਡਿਟੀ ਹੋ ਜਾਂਦੀ ਹੈ, ਔਰ ਕਈ ਲੋਕਾਂ ਨੂੰ ਸ਼ਾਇਦ ਖਾਣੇ ਬਿਨਾਂ ਰਹਿ ਨਹੀਂ ਸਕਦੇ। ਬਹੁਤ ਸਾਰੇ ਲੋਕ ਸਾਡੇ ਕੋਲ ਆਉਂਦੇ ਅਸੀਂ ਕਹਿੰਦੇ ਰੋਟੀ ਨਾ ਛੁਡਾਣਾ, ਕਿਉਂਕਿ ਸ਼ਾਇਦ ਉਹ ਰੋਟੀ ਨਹੀਂ ਛੋੜ ਸਕਦੇ, ਬਟ ਬਹੁਤ ਸਾਰੇ ਲੋਕ ਉਹ ਵੀ ਆਉਂਦੇ ਆ ਜਿਹੜੇ ਕਹਿੰਦੇ ਅਸੀਂ ਰੋਟੀ ਨਹੀਂ ਖਾਣੀ। ਸੋ ਦਿਸ ਇਜ਼ ਵੈਰੀ ਪਰਸਨਲਾਈਜ਼। ਹਰ ਬੰਦੇ ਦਾ ਲਾਈਫ ਸਟਾਈਲ ਅਲੱਗ ਹੈ, ਉਹਨਾਂ ਦੀ ਡਾਇਟ ਅਲੱਗ ਹੋਣੀ ਚਾਹੀਦੀ ਹੈ, ਉਹਨਾਂ ਦਾ ਜੋ ਵੀ ਖਾਣ ਪਾਣ ਦਾ ਸਿਸਟਮ ਹੈ ਸਾਨੂੰ ਉਹੀ ਬੈਲੈਂਸ ਕਰਨਾ ਚਾਹੀਦਾ। ਕਿਉਂਕਿ ਅਗਰ ਉਹ ਲਿਕੁਇਡ ਰਹਿਣਾ ਚਾਹੁੰਦੇ ਹੈ ਤੇ ਦੈਟ ਮੀਨਸ ਉਹ ਹਮੇਸ਼ਾ ਲਈ ਉਵੇਂ ਦਾ ਹੀ ਸਿਸਟਮ ਰੱਖਣਗੇ। ਬਟ ਲਿਕੁਇਡ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਦੇ 'ਚ ਐਮਟੀ ਕੈਲੋਰੀਜ਼ ਲੈਂਦੇ ਰਹੀਏ, ਹੈ ਨਾ। ਆਪਾਂ ਕੋਕ ਲਈ ਜਾ ਰਹੇ ਹਾਂ, ਉਹਦੇ ਵਿੱਚ ਆਪਾਂ ਸਿਰਫ ਬਾਹਰ ਦੇ ਸਮੂਦੀਜ਼ ਪੀ ਰਹੇ ਹਾਂ ਜਾਂ ਆਪਾਂ ਸਿੰਪਲ ਜੂਸਿਸ ਕੈਨਡ ਜੂਸਿਸ ਲੈ ਰਹੇ ਹਾਂ, ਉਹਦਾ ਕੋਈ ਫਾਇਦਾ ਨਹੀਂ ਹੈ। ਬਿਕੋਜ਼ ਸਾਡੀ ਬੋਡੀ ਨੂੰ ਨਿਊਟ੍ਰੀਸ਼ਨ ਤਾਂ ਨਹੀਂ ਮਿਲ ਰਿਹਾ ਨਾ ਉਸ ਚੀਜ਼ ਦੇ ਵਿੱਚ। ਨਿਊਟ੍ਰੀਸ਼ਨ ਤਾਂ ਹੀ ਮਿਲੇਗਾ ਜਦੋਂ ਅਸੀਂ ਸਾਰੇ ਫੂਡ ਗਰੁੱਪਸ ਲਵਾਂਗੇ। ਅਸੀਂ ਉਹਦੇ ਵਿੱਚ ਕਾਰਬਸ ਵੀ ਖਾ ਰਹੇ ਹਾਂ, ਅਸੀਂ ਉਹਦੇ ਵਿੱਚ ਪ੍ਰੋਟੀਨ ਵੀ ਲੈ ਰਹੇ ਹਾਂ, ਅਸੀਂ ਉਹਦੇ ਵਿੱਚ ਫਰੂਟਸ ਲੈ ਰਹੇ ਹਾਂ, ਵੈਜੀਟੇਬਲਸ ਲੈ ਰਹੇ ਹਾਂ, ਫੈਟਸ ਲੈ ਰਹੇ ਹਾਂ। ਅਗਰ ਅਸੀਂ ਲਿਕੁਇਡ ਡਾਈਟ ਦੀ ਗੱਲ ਕਰੀਏ ਵਿੱਚ ਫੈਟ ਕਿੱਥੇ ਜਾਏਗਾ? ਅਸੀਂ ਉਹਨੂੰ ਫਰੂਟਸ ਨੂੰ ਜਾਂ ਵੈਜੀਟੇਬਲਸ ਨੂੰ ਜੂਸ ਤਾਂ ਬਣਾ ਸਕਾਂਗੇ, ਪਰ ਅਸੀਂ ਫੈਟ ਨਹੀਂ ਪਾ ਸਕਾਂਗੇ। ਸੋ ਐਵਰੀਥਿੰਗ ਹੈਜ਼ ਟੂ ਬੀ ਬੈਲੈਂਸਡ। ਸੋ ਮੈਮ ਅਗਰ ਗੱਲ ਕਰੀਏ ਲਿਕੁਇਡ ਦੇ ਵਿੱਚ ਕਿਹੜੀਆਂ ਕਿਹੜੀਆਂ ਬੈਸਟ ਚੀਜ਼ਾਂ ਇੱਦਾਂ ਨਹੀਂ ਜੋ ਕਿ ਇੱਕ ਪਤਲੇ ਇਨਸਾਨ ਨੂੰ ਔਰ ਮੋਟੇ ਇਨਸਾਨ ਨੂੰ ਫਿਟ ਰਹਿਣ ਵਾਸਤੇ ਲੈਣੀ ਚਾਹੀਦੀਆਂ? ਅਗਰ ਅਸੀਂ ਲਿਕੁਇਡਸ ਦੀ ਗੱਲ ਕਰੀਏ, ਕਿਉਂਕਿ ਸਮਰਸ ਆ ਰਹੀਆਂ ਨੇ ਅਤੇ ਸਾਨੂੰ ਬਹੁਤ ਜ਼ਿਆਦਾ ਹੁੰਦਾ ਹੈ ਕਿ ਅਸੀਂ ਪਾਣੀ ਪੀਵੀਏ, ਔਰ ਬਹੁਤ ਵਾਰੀ ਹੁੰਦਾ ਹੈ ਕਿ ਕਈ ਵਾਰੀ ਪਲੇਨ ਵਾਟਰ ਨਹੀਂ ਪੀਤਾ ਜਾਂਦਾ, ਅਤੇ ਉਹਦੇ ਲਈ ਅਸੀਂ ਲੱਸੀ ਹੈ, ਕੋਕੋਨਟ ਵਾਟਰ ਹੈ, ਘਰ ਦੇ ਫਰੈਸ਼ ਜੂਸਿਸ ਨੇ। ਅਗਰ ਅਸੀਂ ਕੈਲੋਰੀਜ਼ 'ਤੇ ਧਿਆਨ ਨਹੀਂ ਦੇ ਰਹੇ ਤਾਂ, ਨਹੀਂ ਤਾਂ ਲੈਮਨ ਵਾਟਰ ਹੈ, ਕਾਂਜੀ ਹੈ। ਅੱਜ ਕੱਲ੍ਹ ਅਸੀਂ ਬੀਟਰੂਟ ਦੀ ਜਾਂ ਗਾਜਰਾਂ ਦੀ ਕਾਂਜੀ ਬਣਾ ਸਕਦੇ ਹਾਂ। ਐਵੇਂ ਹੀ ਬਹੁਤ ਸਾਰੇ ਲਿਕੁਇਡਸ ਹੈ ਜਿਨ੍ਹਾਂ ਵਿੱਚ ਕੈਲੋਰੀਜ਼ ਘੱਟ ਹੁੰਦੀਆਂ ਔਰ ਸਾਡੀ ਬੋਡੀ ਨੂੰ ਉਹ ਨਿਊਟ੍ਰੀਸ਼ਨ ਦਿੰਦੇ ਆ। ਸੋ ਅਗਰ ਗੱਲ ਕਰੀਏ ਅੱਜ ਕੱਲ੍ਹ ਯੂਥ ਜਿਹੜਾ ਮੈਂ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ, ਉਸ ਨੂੰ ਲੈ ਕੇ ਉਹ ਜ਼ਿਆਦਾਤਰ ਹਰ ਕੋਈ ਮਾਡਲਸ, ਭਾਵੇਂ ਮੇਲ ਮਾਡਲਸ ਨੇ ਭਾਵੇਂ ਫੀਮੇਲ ਮਾਡਲਸ ਨੇ, ਇੰਸਟਾਗ੍ਰਾਮ 'ਤੇ ਬਹੁਤ ਜ਼ਿਆਦਾ ਉਹਨੂੰ ਫੋਲੋ ਵੀ ਕਰਦੇ ਆ, ਦੇਖਦੇ ਵੀ ਆ। ਉਹ ਜਿੱਥੇ ਚਾਰੋਂ ਤਰਫ ਇੱਕ ਹੀ ਆਵਾਜ਼ ਆਉਂਦੀ ਹੈ, ਪ੍ਰੋਟੀਨ 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 ਐਂਡ ਪ੍ਰੋਟੀਨ। ਸੋ ਪ੍ਰੋਟੀਨ ਇੰਨਾ ਬਲਾਈਂਡ ਕਰਤਾ ਵੀ ਕਿ ਹਰ ਪਰਸਨ ਪ੍ਰੋਟੀਨ ਇੰਨਾ ਅਸੈਸ 'ਚ ਲੈ ਰਿਹਾ ਵਾ ਕਿ ਕਿੱਥੇ ਨਾ ਕਿੱਥੇ ਉਹ ਕਹਿੰਦੇ ਨਾ ਕੋਈ ਜ਼ਿਆਦਾ ਚੀਜ਼, ਅੱਛੀ ਚੀਜ਼ ਜ਼ਿਆਦਾ ਵੀ ਖਾਓ ਤਾਂ ਉਹ ਵੀ ਤੁਹਾਨੂੰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀ ਹੈ, ਅਤੇ ਉਹ ਪ੍ਰੋਟੀਨ ਕਿੱਥੇ ਨਾ ਕਿੱਥੇ ਯੂਰਿਕ ਐਸਿਡ ਵਿੱਚ ਕਨਵਰਟ ਹੋ ਚੁੱਕਿਆ ਹੁਣ ਤੱਕ। ਪ੍ਰੋਟੀਨ ਦੇਖੋ ਬਹੁਤ ਅਬਿਊਜ਼ ਹੋ ਰਿਹਾ ਅੱਜ ਕੱਲ੍ਹ, ਮੈਂ ਕਹਾਂਗੀ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਘੱਟ ਪ੍ਰੋਟੀਨ ਲੈਣਾ ਹੈ ਜਾਂ ਜ਼ਰੂਰਤ ਤੋਂ ਵੱਧ ਪ੍ਰੋਟੀਨ ਲੈਣਾ ਹੈ। ਸਾਡੀ ਨੋਰਮਲ ਜਿਹੜੀ ਬੋਡੀ ਹੈ, ਅਗਰ ਮੈਂ 60 kgs ਜਾਂ 50 kgs ਜਾਂ ਸਾਨੂੰ ਪਰ 1 ਗ੍ਰਾਮ ਪਰ ਬੋਡੀ ਵੇਟ ਸਾਨੂੰ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਅਗਰ ਕੋਈ ਬੋਡੀ ਬਿਲਡਿੰਗ ਕਰ ਰਿਹਾ ਹੈ, ਅਸੀਂ ਉਹਦਾ ਪ੍ਰੋਟੀਨ ਵਧਾ ਕੇ 1.2 ਗ੍ਰਾਮਸ ਕਰ ਸਕਦੇ ਹਾਂ, ਲੇਕਿਨ ਜਾਂ 1.5, ਨਾਟ ਮੋਰ ਦੈਨ ਦੈਟ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਅਸੀਂ ਪ੍ਰੋਟੀਨ ਜ਼ਿਆਦਾ ਲੈ ਰਹੇ ਹਾਂ ਅਤੇ ਅਸੀਂ ਬਾਕੀ ਦੇ ਫੂਡ ਗਰੁੱਪਸ ਛੱਡ ਰਹੇ ਹਾਂ। ਅਸੀਂ ਜਿਹੜਾ ਸਾਡਾ ਅਗਰ ਤੁਸੀਂ ਬੋਡੀ ਵੇ ਬਿਲਡ ਕਰ ਰਹੇ ਹੋ ਤਾਂ ਵੀ ਉਹਦੇ ਲਈ ਕਾਰਬਸ ਔਰ ਫੈਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਐਂਡ ਸੈਕਿੰਡਲੀ ਉਹਦੇ ਨਾਲ ਹੀ ਫਾਈਬਰ ਦੀ, ਜੋ ਸਿੰਪਲ ਸਾਨੂੰ ਵੈਜੀਟੇਬਲਸ ਔਰ ਫਰੂਟਸ ਦੇ ਵਿੱਚ ਮਿਲਦਾ ਹੈ। ਸੋ ਪ੍ਰੋਟੀਨ ਦਾ ਮਤਲਬ ਇਹ ਨਹੀਂ ਹੈ ਕਿ ਅਗਰ ਪ੍ਰੋਟੀਨ ਲੈਣਾ ਹੈ ਜਾਂ ਪ੍ਰੋਟੀਨ ਡਾਇਟ 'ਤੇ ਜਾ ਰਹੇ ਹਾਂ ਅਤੇ ਅਸੀਂ ਸਾਰੇ ਫੂਡ ਗਰੁੱਪਸ ਛੱਡ ਕੇ ਸਿਰਫ ਔਰ ਸਿਰਫ ਪ੍ਰੋਟੀਨ ਦੇ ਉੱਪਰ ਹੀ ਫੋਕਸ ਕਰੀਏ। ਜਿੱਦਾਂ ਤੁਸੀਂ ਗੱਲ ਕੀਤੀ ਹੈ ਮਿੱਥ ਦੀ ਗੱਲ ਕੀਤੀ ਸੀ, ਮਿੱਥ ਜਿਹੜਾ ਸੀਗਾ ਰੋਟੀ ਦਾ, ਕਿ ਕਈ ਬੰਦੇ ਰੋਟੀ ਨਹੀਂ ਛੱਡ ਪਾਉਂਦੇ ਔਰ ਕਈ ਲੋਕ ਕਹਿੰਦੇ ਕਿ ਰੋਟੀ ਛੱਡ ਦਿੰਦੇ ਆ। ਇਹ ਅਕਸਰ ਮਾਰਕੀਟ ਵਿੱਚ ਬਹੁਤ ਜ਼ਿਆਦਾ ਹਵਾ ਫੈਲੀ ਹੋਈ ਹੈ ਕਿ ਅਗਰ ਤੁਸੀਂ ਪਤਲੇ ਹੋਣਾ ਤਾਂ ਸਭ ਤੋਂ ਪਹਿਲਾਂ ਰੋਟੀ ਛੱਡ ਦਿਓ ਜੀ, ਬਹੁਤ ਜ਼ਿਆਦਾ ਕਾਰਬਸ ਹੁੰਦੇ ਨੇ, ਬੰਦਾ ਪਤਲਾ ਹੁੰਦਾ, ਜਾਂ ਮਲਟੀਗ੍ਰੇਨ ਆਟੇ ਦੀ ਚਪਾਤੀਆਂ ਖਾਣੀ ਸ਼ੁਰੂ ਕਰ ਦਿਓ, ਜਾਂ ਇੱਕ ਟਾਈਮ ਜਿਹੜਾ ਵਾ ਸਿਰਫ ਇੱਕ ਚਪਾਤੀ ਜਿਹੜੀ ਹੈ ਉਹੀ ਤੁਸੀਂ ਖਾਓ, ਬਾਕੀ ਟਾਈਮ ਫਰੂਟਸ ਜਾਂ ਵੈਜੀਟੇਬਲਸ 'ਤੇ ਡਿਪੈਂਡ ਹੋ ਜਾਓ। ਦੇਖੋ ਬਹੁਤ ਸਾਰੇ ਲੋਕ ਇਹ ਕੰਮ ਕਰਦੇ ਹੈ ਕਿ ਅਸੀਂ ਰੋਟੀ ਛੱਡ ਦਿੰਦੇ ਹਾਂ ਲੇਕਿਨ ਅਸੀਂ ਪਤਲੇ ਹੋਣਾ ਹੈ। ਬਟ ਅਸੀਂ ਬਾਹਰ ਦਾ ਖਾਣਾ ਛੱਡ ਦਿੰਦੇ ਹਾਂ। ਰੋਟੀ ਛੱਡਣ ਦਾ ਉਦੋਂ ਫਾਇਦਾ ਹੈ ਜਦੋਂ ਅਸੀਂ ਬਾਕੀ ਦੀਆਂ ਚੀਜ਼ਾਂ ਵੀ ਛੱਡ ਦਈਏ। ਅਸੀਂ ਕੋਕ ਪੀਣੀ ਛੱਡ ਦਈਏ, ਅਸੀਂ ਬਾਹਰ ਦਾ ਪਿਜ਼ਾ ਪਾਸਤਾ ਖਾਣਾ ਛੱਡ ਦਈਏ। ਅਗਰ ਅਸੀਂ ਬਾਹਰ ਦੇ ਕਾਰਬਸ ਛੱਡ ਰਹੇ ਹਾਂ ਔਰ ਨਾਲ ਰੋਟੀ ਛੱਡ ਕੇ ਅਸੀਂ ਪ੍ਰੋਪਰ ਡਾਇਟ 'ਤੇ ਜਾ ਰਹੇ ਹਾਂ, ਦੈਟ ਇਜ਼ ਫਾਈਨ। ਬਟ ਅਗਰ ਅਸੀਂ ਘਰ ਦੀ ਰੋਟੀ ਸਬਜ਼ੀ ਛੱਡ ਕੇ ਲੇਕਿਨ ਬਾਹਰ ਦਾ ਰੋਟੀ ਖਾ ਰਹੇ ਹਾਂ ਜਾਂ ਬਾਹਰ ਦਾ ਖਾਣਾ ਗਲਤ ਖਾ ਰਹੇ ਹਾਂ, ਬਾਹਰ ਦੇ ਬੈਡ ਕਾਰਬਸ ਖਾ ਰਹੇ ਹਾਂ, ਫਿਰ ਤਾਂ ਕੋਈ ਫਾਇਦਾ ਨਹੀਂ ਉਸ ਚੀਜ਼ ਦਾ। ਕਿਉਂਕਿ ਅੱਜ ਕੱਲ੍ਹ ਇਹ ਚੀਜ਼ ਬਹੁਤ ਜ਼ਿਆਦਾ ਕਾਮਨ ਹੈ ਔਰ ਪੈਰੈਂਟਸ ਦੀ ਸਾਨੂੰ ਇਹ ਬਹੁਤ ਜ਼ਿਆਦਾ ਸ਼ਿਕਾਇਤ ਰਹਿੰਦੀ ਹੈ ਕਿ ਸਾਡੇ ਬੱਚੇ ਵੈਸੇ ਡਾਇਟ ਕਰ ਰਹੇ ਹੁੰਦੇ ਆ ਔਰ ਘਰ ਖਾਣਾ ਨਹੀਂ ਖਾਂਦੇ, ਲੇਕਿਨ ਬਾਹਰ ਜਾ ਕੇ ਸਭ ਕੁਝ ਖਾ ਰਹੇ ਹੁੰਦੇ ਆ। ਫਿਰ ਕੀ ਫਾਇਦਾ ਰਹਿ ਗਿਆ ਉਹ ਕਾਰਬਸ ਖਾਣ ਦਾ?
ਅਗਰ ਮੈਂ ਨੌਨ ਵੈਜ ਦੀ ਗੱਲ ਕਰੀਏ ਤਾਂ ਨੌਨ ਵੈਜ ਕੁਝ ਲੋਕ ਇੱਦਾਂ ਦੇ ਹੁੰਦੇ ਨੇ ਨੌਨ ਵੈਜ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਹੈ ਨਾ, ਅਤੇ ਉਹਦੇ ਵਿੱਚ ਵੀ ਕਿਹਾ ਜਾਂਦਾ ਅਗਰ ਤੁਸੀਂ ਗ੍ਰੇਵੀ ਵਾਲਾ ਖਾ ਰਹੇ ਹੋ ਤਾਂ ਤੁਹਾਨੂੰ 100% ਨੁਕਸਾਨ ਕਰ ਰਿਹਾ, ਜਿੰਨੇ ਅਸੀਂ ਬਟਰ ਚਿਕਨ ਸਭ ਤੋਂ ਪਹਿਲਾਂ ਲੈ ਨਾਮ ਲਵਾਂਗੇ। ਅਤੇ ਲੇਕਿਨ ਅਗਰ ਤੁਸੀਂ ਤੰਦੂਰੀ ਖਾ ਰਹੇ ਹੋ ਕਿਤੇ ਨਾ ਕਿਤੇ ਉਹ ਬੈਨੀਫਿਟ ਕਰਦਾ ਹੈ, ਲੇਕਿਨ ਉਹਦੇ ਵਿੱਚ ਇਹ ਹੈ ਕਿ ਅੱਜ ਦੇ ਸਮੇਂ ਦੇ ਜੇਕਰ ਨੌਨ ਵੈਜ ਵੀ ਅਗਰ ਕੋਈ ਖਾ ਰਿਹਾ ਹੈਗਾ ਵਾ ਅਤੇ ਉਹਦੇ ਵਿੱਚ ਵੀ ਕਿ ਚਿਕਨ ਮਟਨ ਔਰ ਫਿਸ਼ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਟ ਹਰ ਚੀਜ਼ ਦੇ ਵਿੱਚ। ਜਿਹੜੀ ਪ੍ਰੋਟੀਨ ਦੀ ਗੱਲ ਕਰਦੇ ਹਾਂ, ਹਰ ਖਾਣੇ ਦੀ ਪ੍ਰੋਟੀਨ ਦਾ ਅਲੱਗ ਕੁਆਲਿਟੀ ਹੁੰਦੀ ਹੈ। ਅਗਰ ਅਸੀਂ ਸੋਇਆ ਖਾ ਰਹੇ ਹਾਂ ਉਹਦਾ ਪ੍ਰੋਟੀਨ ਅਲੱਗ ਹੈ, ਚਿਕਨ ਖਾ ਰਹੇ ਹਾਂ ਉਹਦਾ ਪ੍ਰੋਟੀਨ ਅਲੱਗ ਹੈ, ਮਟਨ ਦਾ ਪ੍ਰੋਟੀਨ ਅਲੱਗ ਹੈ, ਫਿਸ਼ ਦਾ ਪ੍ਰੋਟੀਨ ਅਲੱਗ ਹੈ। ਲੇਕਿਨ ਅਸੀਂ ਅਗਰ ਗ੍ਰੇਵੀ ਵਾਲਾ ਚਿਕਨ ਜਾਂ ਮਟਨ ਖਾ ਰਹੇ ਹਾਂ ਪ੍ਰੋਟੀਨ ਸਮਝ ਕੇ, ਉਹ ਪ੍ਰੋਟੀਨ ਘੱਟ ਸਾਨੂੰ ਮਿਲ ਰਿਹਾ ਹੈ, ਫੈਟ ਜ਼ਿਆਦਾ ਮਿਲ ਰਿਹਾ ਹੈ, ਔਰ ਉਹਦੇ ਕਾਰਨ ਸਾਡੀ ਪ੍ਰੋਟੀਨ ਦੀ ਐਬਜ਼ੌਰਪਸ਼ਨ ਵੀ ਨਹੀਂ ਹੋ ਪਾਉਂਦੀ। ਔਰ ਅਗਰ ਤੁਸੀਂ ਪ੍ਰੋਟੀਨ ਨੌਨ ਵੈਜ ਤੋਂ ਲੈਣਾ ਚਾਹੁੰਦੇ ਹੋ ਤਾਂ ਨੋਰਮਲ ਚਿਕਨ ਬ੍ਰੈਸਟ ਖਾ ਰਹੇ ਹੋ ਜਾਂ ਫਿਸ਼ ਲੈ ਰਹੇ ਹੋ ਐਂਡ ਉਹ ਵੀ ਤੰਦੂਰੀ ਔਰ ਸਟੀਮਡ, ਨਾਟ ਫਰਾਈਡ, ਫਿਰ ਤੁਹਾਨੂੰ ਬੈਟਰ ਪ੍ਰੋਟੀਨ ਦੀ ਕੰਜ਼ੰਪਸ਼ਨ, ਬੈਟਰ ਪ੍ਰੋਟੀਨ ਦੀ ਐਬਜ਼ੌਰਪਸ਼ਨ ਹੋਏਗੀ। ਮਨ ਜੋ ਲੋਕ ਪਰਸਨ ਤੁਹਾਡਾ ਇੰਟਰਵਿਊ ਦੇਖ ਰਹੇ ਤਾਂ ਹਰ ਇੱਕ ਨੂੰ ਸਿਰਫ ਇੱਕ ਹੀ ਸਵਾਲ ਦਾ ਮੇਨ ਰੀਜ਼ਨ ਹੈ ਕਿ ਉਹ ਆਪਣੀ ਲਾਈਫ ਵਿੱਚ ਆਪਣੇ ਆਪ ਨੂੰ ਸਲਿਮ ਟ੍ਰਿਮ ਕਿੱਦਾਂ ਦੇਖ ਸਕਦੇ ਨੇ, ਤਾਂ ਉਸ ਨੂੰ ਲੈ ਕੇ ਇੱਕ ਅੱਛਾ ਬ੍ਰੇਕਫਾਸਟ ਲੰਚ ਔਰ ਡਿਨਰ ਕੀ ਹੋਣਾ ਚਾਹੀਦਾ ਸੌਂਦੇ ਤੱਕ? ਬੜਾ ਸਿੰਪਲ ਗੱਲ ਹੈ, ਜਦੋਂ ਅਸੀਂ ਪਤਲਾ ਹੋਣਾ ਚਾਹੁੰਦੇ ਹਾਂ ਜਾਂ ਆਪਣੀ ਡਾਈਟ ਔਰ ਆਪਣੀ ਹੈਲਥ ਨੂੰ ਠੀਕ ਰੱਖਣਾ ਚਾਹੁੰਦੇ ਹਾਂ, ਸਭ ਤੋਂ ਪਹਿਲਾ ਜ਼ਰੂਰੀ ਕੰਮ ਹੈ ਉਹ ਹੈ ਆਪਣੀਆਂ ਹੈਬਿਟਸ, ਆਪਣੀਆਂ ਆਦਤਾਂ ਨੂੰ ਬਦਲਣਾ। ਅਸੀਂ ਸਿੰਪਲ, ਅਗਰ ਮੈਂ ਆਪਣੀ ਡਾਈਟ ਤੁਹਾਨੂੰ ਦੱਸਾਂਗੀ, ਤੁਸੀਂ ਅਗਰ 3 ਟਾਈਮ ਉਹ ਖਾ ਲੋਗੇ ਤਾਂ ਵੀ ਤੁਸੀਂ ਪਤਲੇ ਨਹੀਂ ਹੋ ਪਾਓਗੇ, ਕਿਉਂਕਿ ਚੌਥੇ ਦਿਨ ਤੁਸੀਂ ਫਿਰ ਆਪਣੀ ਹੀ ਡਾਈਟ ਖਾਓਗੇ। तो जब तक तुसी आदत नहीं बदलोगे उनका कोई फ़ायदा नहीं। अगर तुसी सवेरे उठते हो और अंडर ऑनलेस तुसी इंटरमिटेंट फास्टिंग ते नहीं हो, दैन वी प्रेफर कि सवेरे उठते सार ही एटलीस्ट अद्धे घंटे दे विच तुसी ज़रूर कुछ खाओ। और उनका खान का मतलब यह नहीं है कि तुसी चाय या कॉफ़ी लै रहे हो। कैफीन सवेरे उठते खाली पेट नहीं लोगे तो तुहानू एसिडिटी नहीं होएगी। इसलिए खाली पेट उठते ही आप तुसी नट्स खा सकते हो या कोई फ्रूट ले सकते हो, पानी पी सकते हो। उस तो उठ के 2 घंटे के अंदर अंदर तुसी नाश्ता करो। नाश्ते विच तुसी भावें दलिया खाओ, ओट्स खाओ, सब्जियां खाओ, एक परौंठी दे नाल दही ले लो, पोहा खा लो, जो भी तुहानू अच्छा लगता है, पर एक क्वांटिटी कंट्रोल करके। ऐ नहीं कि अगे असीं कहंदे सी शायद ब्रेकफास्ट असीं हैवी कर लीए। अगर हैवी ब्रेकफास्ट करोगे तो सारा दिन तुहानू सुस्ती आती रहेगी। सो उस तो बाद लंच तक इन्ना लंबा टाइम नहीं पाना चाहिए। उनदे विच तुसी लस्सी ले सकते हो या कोई भी फ्रूट खा सकते हो। उस तो बाद लंच सिंपल रोटी सब्जी राइस जो तुहानू अच्छा लगता है एक क्वांटिटी कंट्रोल करके खा सकते हो। फिर उस तो बाद इवनिंग अगर तुसी कोई चाह कॉफ़ी या कुछ भी ले रहे हो, अगर नहीं लेंदे हो तो कोकोनट वाटर वगैरह ले सकते हो। उस तो बाद अपना टाइमली डिनर करो। उनके में तुसी रोटी भी ले सकते हो, राइस भी ले सकते हो। सिंपल अगर तुसी पनीर खा रहे हो पनीर ले लो, चिकन ले लो, इन्हां विचों कुछ भी तुसी ले सकते हो। बट अगैन क्वांटिटी कंट्रोल। जब तक असी खाने नू क्वांटिटी कंट्रोल करके नहीं खावांगे, अच्छा खाना भी तुहाडा वेट गेन करेगा। और एटलीस्ट सोन तो पहले 2-3 घंटे पहले अपना डिनर ख़त्म कर लो। अगर तुसी बहुत ज़्यादा मिथ है कि 7 बजे खा लें हाँ तो साडा वेट लॉस हो जाता है, लेकिन अगर तुसी 10-11 बजे सो रहे हो फिर तो ठीक है। लेकिन अगर तुसी सोई 12-1-2 बजे रहे हो फिर 7 बजे के डिनर का कोई फ़ायदा नहीं है। बिकॉज उस तो बाद तुहानू भुख लगेगी और तुसी कुछ ना कुछ उल्टा सीधा ज़रूर खाओगे और शायद नींद भी ना आए। सो अपने टाइमिंग्स के हिसाब नाल अपनी डाइट नू सैट करना है। मैं ਇਹਦੇ 'ਚ ਮੈਂ 2 ਚੀਜ਼ਾਂ ਐਡ ਕਰਨਾ ਚਾਹੂँਗਾ ਜੋ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ, ਸਪੈਸ਼ਲੀ ਯੂਥ ਦੇ ਵਿੱਚ। ਅਗਰ ਉਹਦੇ 'ਚ ਗੱਲ ਕਰੀਏ ਤਾਂ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਬੀਪੀ ਜਿਹੜਾ ਹੈ ਇੱਕ ਆਮ ਪ੍ਰੋਬਲਮ ਹੋ ਗਈ ਹੈ। ਕੁੜੀਆਂ ਦਾ ਬੀਪੀ ਬਹੁਤ ਜ਼ਿਆਦਾ ਘਟਦਾ ਨਜ਼ਰ ਆ ਰਿਹਾ ਬਹੁਤ ਹੀ ਛੋਟੀ ਉਮਰ ਦੇ ਵਿੱਚ, ਔਰ ਮੁੰਡਿਆਂ ਦਾ ਬੀਪੀ ਬਹੁਤ ਜ਼ਿਆਦਾ ਵੱਧਦਾ ਨਜ਼ਰ ਆ ਰਿਹਾ ਬਹੁਤ ਹੀ ਛੋਟੀ ਉਮਰ ਦੇ ਵਿੱਚ। ਇਸ ਨਾਲ ਜਿਹੜੇ ਲੋਕ ਨੇ ਇਹਨਾਂ ਨੂੰ ਕੀ ਚੀਜ਼ਾਂ ਖਾਣੀਆਂ ਚਾਹੀਦੀਆਂ ਔਰ ਕੀ ਨਹੀਂ ਖਾਣੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਟੋਟਲੀ ਪਰਹੇਜ਼ ਹੀ ਕਰ ਦੇਣਾ ਚਾਹੀਦਾ ਆਪਣੀ ਲਾਈਫ। प्रॉब्लम की है गर्ल्स नू क्योंकि बॉडी ਲਈ बहुत ज़्यादा शेम किया जाता है कि ज़्यादा पतली है ਤਾਂ ਵੀ इशू है, ज़्यादा मोटी है ਤਾਂ ਵੀ इशू है। उनके चक्कर ਦੇ ਵਿੱਚ आजकल गर्ल्स खाना बहुत घटा ਦਿੰਦੀਆਂ है या बहुत ज़्यादा गैप ले आंदियां है जिनके कारण उन्होंने बीपी लो हो जाता है। सैकेंडली अगर असीं अपनी वाटर इनटेक नहीं ठीक रखते हाँ ਤਾਂ ਵੀ इशू आता है। एंड अगर करिए बॉयज़ की गल, बिकॉज दे ओवर ईट ज़्यादा खा लेंदे ने और बाहर का बहुत ज़्यादा हो जाता है जिनके कारण बीपी शूट कर जाता है। सो इन्हां दोनों चीज़ों ही सानू बैलेंस करके चलना पेगा क्योंकि आजकल बहुत घट उम्र के विच बीपी का इशू आना शुरू हो गया है। और यूरिक एसिड का की कहना चाहूँ, कहते हैं कि माँ प्यो हर कहते कि ये भी खा ला तेरे वास्ते बहुत वधिया, तो घ्यो खा, चिकन खा, वधिया डाइट खा, पर वो इन्नी मेहनत यूथ नहीं कर पा रहे जिस करके यूरिक एसिड का सामना उन्होंने करना पै रहा। देखो यूरिक एसिड फर्स्ट जेनेटिक है, सेकेंड
ਬਹੁਤ ਵਾਰੀ ਅਗਰ ਜਦੋਂ ਅਸੀਂ ਗਲਤ ਖਾਣਾ ਖਾ ਰਹੇ ਹਾਂ, ਅਸੀਂ ਆਪਾਂ ਇਹ ਤਾਂ ਗੱਲ ਕਰਦੇ ਹਾਂ ਕਿ ਅਸੀਂ ਪ੍ਰੋਟੀਨ ਕਾਰਨ ਸਾਨੂੰ ਪ੍ਰੋਟੀਨ ਬੰਦ ਕਰਨੀ ਪੈਂਦੀ ਹੈ ਯੂਰਿਕ ਐਸਿਡ ਦੇ ਵਿੱਚ, ਪਰ ਅਸੀਂ ਬਹੁਤ ਵੱਡਾ ਮੇਜਰ ਫੈਕਟਰ ਛੋੜ ਦਿੰਦੇ ਹਾਂ ਜਿਹਦੇ ਕਾਰਨ ਸਾਡਾ ਯੂਰਿਕ ਐਸਿਡ ਬਣਦਾ ਹੈ, ਉਹ ਹੈ ਐਲਕੋਹਲ। ਜਦੋਂ ਅਸੀਂ ਬਹੁਤ ਜ਼ਿਆਦਾ ਬੀਅਰ ਲੈ ਰਹੇ ਹਾਂ ਜਾਂ ਬਹੁਤ ਜ਼ਿਆਦਾ ਵਿਸਕੀ ਲੈ ਰਹੇ ਹਾਂ, ਸਾਡਾ ਯੂਰਿਕ ਐਸਿਡ ਵਧੇਗਾ ਹੀ ਵਧੇਗਾ। ਤੁਸੀਂ ਜਿੰਨੀਆਂ ਮਰਜ਼ੀ ਦਾਲਾਂ ਬੰਦ ਕਰ ਲਓ ਜਾਂ ਜਿੰਨੀ ਮਰਜ਼ੀ ਮੈਡੀਸਨ ਵਧਾ ਲਓ, ਸਾਨੂੰ ਉਹਦੇ 'ਤੇ ਵੀ ਕੰਟਰੋਲ ਕਰਨਾ ਪਏਗਾ। ਔਰ ਅਗਰ ਯੂਰਿਕ ਐਸਿਡ ਵਧਿਆ ਹੋਇਆ ਹੈ, ਹਾਂ ਸਾਬੁਤ ਦਾਲਾਂ ਨਹੀਂ ਲੈਣੀਆਂ, ਬਹੁਤ ਜ਼ਿਆਦਾ ਫਿਸ਼ ਚਿਕਨ ਐਂਡ ਐਗਸ ਘੱਟ ਖਾਣੇ ਆ, ਲੇਕਿਨ ਉਹਦੇ ਨਾਲ ਨਾਲ ਸਾਨੂੰ ਐਲਕੋਹਲ ਕੰਜ਼ੰਪਸ਼ਨ ਘਟਾਉਣੀ ਪੈਂਦੀ ਹੈ। ਦੱਸਦਾ ਕਿ ਕੀ ਨਈ ਚੀਜ਼ਾਂ ਖਾਣੀਆਂ, ਪਰ ਕੀ ਖਾਣੀਆਂ ਚਾਹੀਦੀਆਂ। ਬਾਕੀ ਸਭ ਕੁਝ ਖਾਣਾ ਹੈ, ਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਉਹੀ ਬਾਰ-ਬਾਰ ਕਹਿੰਦੀ ਹਾਂ, ਅਸੀਂ ਸ਼ਾਇਦ ਘਰ ਦੀਆਂ ਚੀਜ਼ਾਂ ਛੱਡ ਦਿੰਦੇ ਹਾਂ। ਅਗਰ ਪੈਰੈਂਟਸ ਜੋ ਕਹਿ ਰਹੇ ਆ ਖਾ ਲਓ, ਪੈਰੈਂਟਸ ਬੁਰਾ ਨਹੀਂ ਕਹਿ ਰਹੇ, ਬਟ ਅਗਰ ਪੈਰੈਂਟਸ ਦੇ ਅਸੀਂ ਉਹ ਵਾਲਾ ਘਰ ਦਾ ਖਾਣਾ ਛੱਡ ਕੇ ਫਿਰ ਬਾਹਰ ਦਾ ਖਾਣਾ ਖਾ ਰਹੇ ਹਾਂ, ਫਿਰ ਸਾਡੇ ਘਰ ਦੇ ਪਰਹੇਜ਼ ਦਾ ਕੋਈ ਫਾਇਦਾ ਨਹੀਂ। ਇੱਕ ਮੈਂ ਇਹਦੇ 'ਚ ਹੋਰ ਐਡ ਵੀ ਕਰਨਾ ਚਾਹਾਂਗਾ ਕਿ ਸ਼ੂਗਰ, ਕਿਉਂਕਿ ਇਹ ਚਾਹੀਏ ਸ਼ੂਗਰ ਵੀ ਬਹੁਤ ਇੰਪੋਰਟੈਂਟ ਹੈ। ਘੱਟ ਜੇ ਤਾਂ ਵੀ ਨੁਕਸਾਨ ਹੈ, ਵੱਧ ਜੇ ਤਾਂ ਵੀ ਨੁਕਸਾਨ ਹੈ। ਤੇ ਸ਼ੂਗਰ ਕਿਸ ਲੈਵਲ ਦੇ ਵਿੱਚ ਲੈਣੀ ਚਾਹੀਦੀ ਹੈ, ਕਿਸ ਰੂਪ ਦੇ ਵਿੱਚ ਲੈਣੀ ਚਾਹੀਦੀ ਹੈ। ਬਹੁਤ ਸਾਰੇ ਘਰਾਂ ਦੇ ਵਿੱਚ ਅੱਜ ਕੱਲ੍ਹ ਸ਼ੱਕਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਗੁੜ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਵਾਈਟ ਸ਼ੂਗਰ ਨੂੰ ਮਤਲਬ ਪਿੱਛੇ ਹੀ ਕੀਤਾ ਜਾ ਰਿਹਾ ਹੈਗਾ ਵੈ। ਲੇਕਿਨ ਕਿਤੇ ਨਾ ਕਿਤੇ ਜਿਹੜੀ ਲਾਈਫ ਦੇ ਵਿੱਚ ਚਾਕਲੇਟਸ ਹੋ ਗਈਆਂ, ਡੈਜ਼ਰਟ ਜਿਹੜੇ ਆਪਾਂ ਨੂੰ ਵੰਨ-ਸਵੰਨੇ ਹੋਟਲਾਂ 'ਚ ਦੇਖਣ ਨੂੰ ਮਿਲਦੇ ਹੈਗੇ ਨੇ, ਤੇ ਸ਼ੂਗਰ ਕਿੰਨੀ ਲੈਣੀ ਚਾਹੀਦੀ ਹੈ, ਕਿਹੜੇ ਰੂਪ ਵਿੱਚ ਲੈਣੀ ਚਾਹੀਦੀ ਹੈ, ਤੇ ਚਾਕਲੇਟਸ